ਸੰਭੋਗ ਤੋਂ ਸਮਾਧੀ ਵੱਲ। ਸੰਭੋਗ ਪਰਮਾਤਮਾ ਦੀ ਸਿਰਜਣਾ ਊਰਜਾ। ਮੇਰੇ ਪਿਆਰੇ, ਆਪਣੇ ਪ੍ਰੇਮ ਕੀ ਹੈ? ਜੀਣਾ ਅਤੇ ਜਾਣਨਾ ਤਾਂ ਆਸਾਨ ਹੈ, ਲੇਕਿਨ ਕਹਿਣਾ ਬਹੁਤ ਕਠਿਨ। ਜਿਵੇਂ ਕੋਈ ਮੱਛੀ ਤੋਂ ਪੁੱਛੇ ਕਿ ਸਾਗਰ ਕੀ ਹੈ, ਤਾਂ ਮੱਛੀ ਕਹਿ ਸਕਦੀ ਹੈ, ਇਹ ਹੈ ਸਾਗਰ, ਇਹ ਰਿਹਾ ਚਾਰੇ ਪਾਸੇ ਉਹੀ ਹੈ। ਪਰ ਕੋਈ ਪੁੱਛੇ ਕਹਿ ਕੀ ਹੈ, ਦੱਸ ਨਾ, ਤਾਂ ਬਹੁਤ ਕਠਿਨ ਹੋ ਜਾਏਗਾ ਮੱਛੀ ਨੂੰ। ਆਦਮੀ ਦੇ ਜੀਵਨ ਵਿੱਚ ਜੋ ਵੀ ਸ਼੍ਰੇਸ਼ਟ ਹੈ, ਸੁੰਦਰ ਹੈ ਅਤੇ ਸੱਚ ਹੈ, ਉਸ ਨੂੰ ਜੀਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ, ਹੋਇਆ ਜਾ ਸਕਦਾ ਹੈ, ਲੇਕਿਨ ਕਹਿਣਾ ਬਹੁਤ ਮੁਸ਼ਕਲ ਆ। ਅਤੇ ਦੁਰਘਟਨਾ ਅਤੇ ਦੁਰਭਾਗ ਇਹ ਹੈ ਕਿ ਜਿਸ ਵੀ ਜੀਵਿਆ ਜਾਣਾ ਚਾਹੀਦਾ ਹੈ, ਜਿਸ ਵਿੱਚ ਹੋਇਆ ਜਾਣਾ ਚਾਹੀਦਾ ਹੈ, ਉਸ ਦੇ ਸੰਬੰਧ ਵਿੱਚ ਮਨੁੱਖ ਜਾਤੀ 5-6 ਹਜ਼ਾਰ ਵਰ੍ਹਿਆਂ ਤੋਂ ਸਿਰਫ ਗੱਲਾਂ ਕਰ ਰਹੀ ਹੈ। ਪ੍ਰੇਮ ਦੀ ਗੱਲ ਚੱਲ ਰਹੀ ਹੈ, ਪ੍ਰੇਮ ਦੇ ਗੀਤ ਗਾਏ ਜਾ ਰਹੇ ਹਨ, ਪ੍ਰੇਮ ਦੇ ਭਜਨ ਗਾਏ ਜਾ ਰਹੇ ਹਨ, ਅਤੇ ਪ੍ਰੇਮ ਦਾ ਮਨੁੱਖ ਦੇ ਜੀਵਨ ਵਿੱਚ ਕੋਈ ਸਥਾਨ ਨਹੀਂ। ਜੇਕਰ ਆਦਮੀ ਦੇ ਅੰਦਰ ਖੋਜਣ ਜਾਈਏ ਤਾਂ ਪ੍ਰੇਮ ਤੋਂ ਜ਼ਿਆਦਾ ਝੂਠਾ ਦੂਜਾ ਸ਼ਬਦ ਕੋਈ ਨਹੀਂ ਮਿਲੇਗਾ। ਅਤੇ ਜਿਨ੍ਹਾਂ ਲੋਕਾਂ ਨੇ ਪ੍ਰੇਮ ਨੂੰ ਕੂੜ ਸਿੱਧ ਕਰ ਦਿੱਤਾ ਹੈ, ਅਤੇ ਜਿਨ੍ਹਾਂ ਦੇ ਪ੍ਰੇਮ ਦੀਆਂ ਸਮੁੱਚੀਆਂ ਧਾਰਾਵਾਂ ਨੂੰ ਰੋਕ ਦਿੱਤਾ ਹੈ, ਅਤੇ ਵੱਡਾ ਦੁਰਭਾਗ ਇਹ ਹੈ ਕਿ ਲੋਕ ਸਮਝਦੇ ਹਨ ਕਿ ਉਹੀ ਪ੍ਰੇਮ ਦੇ ਜਨਮਦਾਤਾ ਹਨ। ਧਰਮ ਪ੍ਰੇਮ ਦੀਆਂ ਗੱਲਾਂ ਕਰਦਾ ਹੈ, ਲੇਕਿਨ ਅੱਜ ਤੱਕ ਜਿਸ ਤਰ੍ਹਾਂ ਦਾ ਧਰਮ ਮਨੁੱਖ ਜਾਤੀ ਦੇ ਉੱਪਰ ਦੁਰਭਾਗ ਦੇ ਵਾਂਗ ਛਾਇਆ ਹੋਇਆ ਹੈ, ਉਸ ਧਰਮ ਦੇ ਮਨੁੱਖ ਦੀ ਜੀਵਨ ਅਤੇ ਪ੍ਰੇਮ ਦੇ ਸਾਰੇ ਦੁਆਰ ਬੰਦ ਕਰ ਦਿੱਤੇ ਹਨ। ਅਤੇ ਨਾ ਇਸ ਸੰਬੰਧ ਵਿੱਚ ਪੂਰਬ ਅਤੇ ਪੱਛਮ ਵਿੱਚ ਕੋਈ ਫਰਕ ਹੈ, ਨਾ ਹਿੰਦੁਸਤਾਨ ਵਿੱਚ ਅਤੇ ਨਾ ਅਮਰੀਕਾ ਵਿੱਚ। ਮਨੁੱਖ ਦੇ ਜੀਵਨ ਵਿੱਚ ਪ੍ਰੇਮ ਦੀ ਧਾਰਾ ਪ੍ਰਗਟ ਹੀ ਨਹੀਂ ਹੋ ਪਈ, ਅਤੇ ਨਾ ਹੀ ਹੋ ਪਈ ਦਾ ਅਸੀਂ ਦੋਸ਼ ਦਿੰਦੇ ਹਾਂ ਕਿ ਮਨੁੱਖ ਹੀ ਬੁਰਾ ਹੈ, ਇਸ ਲਈ ਨਹੀਂ ਪ੍ਰਗਟ ਹੋ ਪਾਈ। ਅਸੀਂ ਦੋਸ਼ ਦਿੰਦੇ ਹਾਂ ਕਿ ਇਹ ਮਨ ਹੀ ਜ਼ਹਿਰ ਹੈ, ਇਸ ਲਈ ਪ੍ਰਗਟ ਨਹੀਂ ਹੋ ਪਈ। ਮਨ ਜ਼ਹਿਰ ਨਹੀਂ ਹੈ, ਅਤੇ ਜਿਹੜੇ ਲੋਕ ਮਨ ਨੂੰ ਜ਼ਹਿਰ ਕਹਿੰਦੇ ਹਨ, ਉਹਨਾਂ ਨੇ ਹੀ ਪ੍ਰੇਮ ਨੂੰ ਜ਼ਹਿਰੀਲਾ ਕਰ ਦਿੱਤਾ ਹੈ, ਪ੍ਰੇਮ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਮਨ ਜ਼ਹਿਰ ਕਿਵੇਂ ਹੋ ਸਕਦਾ ਹੈ? ਇਸ ਜਗਤ ਵਿੱਚ ਕੁਝ ਵੀ ਜ਼ਹਿਰ ਨਹੀਂ ਹੈ। ਪਰਮਾਤਮਾ ਦੇ ਇਸ ਸਾਰੇ ਕੀਤੇ ਕਤਰੇ ਵਿੱਚ ਕੁਝ ਵੀ ਬਹੁ ਨਹੀਂ ਹੈ, ਸਭ ਅੰਮ੍ਰਿਤ ਹੈ। ਲੇਕਿਨ ਆਦਮੀ ਨੇ ਸਾਰੇ ਅੰਮ੍ਰਿਤ ਨੂੰ ਜ਼ਹਿਰ ਕਰ ਲਿਆ ਹੈ, ਅਤੇ ਇਸ ਨੂੰ ਜ਼ਹਿਰ ਕਰਨ ਵਿੱਚ ਅਧਿਆਪਕ, ਸਾਧੂ, ਸੰਤ ਅਤੇ ਅਖੌਤੀ ਧਾਰਮਿਕ ਲੋਕਾਂ ਦਾ ਸਭ ਤੋਂ ਵੱਧ ਹੱਥ ਹੈ। ਇਸ ਗੱਲ ਨੂੰ ਜ਼ਰਾ ਸਮਝ ਲੈਣਾ ਜ਼ਰੂਰੀ ਹੈ, ਕਿਉਂਕਿ ਜੇ ਇਹ ਗੱਲ ਦਿਖਾਈ ਨਾ ਪਵੇ ਤਾਂ ਮਨੁੱਖ ਦੇ ਜੀਵਨ ਵਿੱਚ ਕਦੇ ਵੀ ਪ੍ਰੇਮ ਭਵਿੱਖ ਵਿੱਚ ਵੀ ਨਹੀਂ ਹੋ ਸਕੇਗਾ, ਕਿਉਂਕਿ ਜਿਨ੍ਹਾਂ ਕਾਰਨਾਂ ਕਰਕੇ ਪ੍ਰੇਮ ਪੈਦਾ ਨਹੀਂ ਹੋ ਸਕਿਆ, ਉਹਨਾਂ ਹੀ ਕਾਰਨਾਂ ਨੂੰ ਅਸੀਂ ਪ੍ਰੇਮ ਪ੍ਰਗਟ ਕਰਨ ਦੇ ਆਧਾਰ 'ਤੇ ਕਾਰਨ ਬਣਾ ਰਹੇ ਹਨ। ਹਾਲਾਤਾਂ ਅਜਿਹੀਆਂ ਹਨ ਕਿ ਗਲਤ ਸਿਧਾਂਤਾਂ ਨੂੰ ਜੇਕਰ ਹਜ਼ਾਰਾਂ ਵਰ੍ਹਿਆਂ ਤੱਕ ਦੁਹਰਾਇਆ ਜਾਵੇ, ਫਿਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਿਧਾਂਤ ਗਲਤ ਹਨ, ਜਾਂ ਦਿਖਾਈ ਪੈਣ ਲੱਗਦਾ ਹੈ ਕਿ ਆਦਮੀ ਗਲਤ ਹੈ, ਕਿਉਂਕਿ ਉਹ ਉਹਨਾਂ ਸਿਧਾਂਤਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ। ਮੈਂ ਸੁਣਿਆ ਹੈ, ਇੱਕ ਸਮਰਾਟ ਦੇ ਮਹਿਲ ਦੇ ਹੇਠਾਂ ਇੱਕ ਪੱਖੇ ਵੇਚਣ ਵਾਲਾ ਲੰਘ ਰਿਹਾ ਸੀ ਅਤੇ ਜ਼ੋਰ ਨਾਲ ਚਲਾ ਰਿਹਾ ਸੀ ਨਾਅਰੇ ਤੇ, ਅਨੋਖੇ ਪੱਖੇ ਮੈਂ ਬਣਾਏ ਹਨ, ਅਜਿਹੇ ਪੱਖੇ ਕਦੇ ਵੀ ਨਹੀਂ ਬਣਾਏ ਗਏ ਸਨ, ਇਹ ਪੱਖੇ ਕਦੇ ਦੇਖੇ ਵੀ ਨਹੀਂ ਗਏ। ਸਮਰਾਟ ਨੇ ਖਿੜਕੀ ਵਿੱਚੋਂ ਝਾਕ ਕੇ ਦੇਖਿਆ ਕਿ ਕੌਣ ਹੈ ਜਿਹੜਾ ਅਨੋਖੇ ਪੱਖੇ ਲੈ ਆਇਆ ਹੈ। ਸਮਰਾਟ ਦੇ ਕੋਲ ਹਰ ਤਰ੍ਹਾਂ ਦੇ ਪੱਖੇ ਸਨ, ਦੁਨੀਆ ਦੇ ਕੋਨੇ-ਕੋਨੇ ਵਿੱਚ ਜੋ ਮਿਲ ਸਕਦੇ ਸਨ। ਅਤੇ ਹੇਠਾਂ ਦੇਖਿਆ, ਰਾਹਦਾਰੀ ਵਿੱਚ ਖੜ੍ਹਿਆ ਹੋਇਆ ਇੱਕ ਆਦਮੀ ਹੈ, ਸਧਾਰਨ 2-2 ਪੈਸੇ ਦੇ ਪੱਖੇ ਹੋਣਗੇ, ਅਤੇ ਚਲਾ ਰਿਹਾ ਹੈ ਅਨੋਖੇ, ਬੇਮਿਸਾਲ। ਉਸ ਆਦਮੀ ਨੂੰ ਉੱਪਰ ਸੱਦਿਆ ਅਤੇ ਪੁੱਛਿਆ ਕਿ ਇਹਨਾਂ ਪੱਖਿਆਂ ਵਿੱਚ ਕੀ ਖੂਬੀ ਹੈ, ਮੁੱਲ ਕੀ ਹੈ ਇਹਨਾਂ ਪੱਖਿਆਂ ਦਾ। ਉਸ ਪੱਖੇ ਵਾਲੇ ਨੇ ਕਿਹਾ ਕਿ ਮਹਾਰਾਜ, ਮੁੱਲ ਜ਼ਿਆਦਾ ਨਹੀਂ ਹੈ, ਪੱਖੇ ਦੇ ਲਿਹਾਜ਼ ਨਾਲ ਮੁੱਲ ਬਹੁਤ ਘੱਟ ਹੈ, ਸਿਰਫ 100 ਰੁਪਈਏ ਦਾ ਪੱਖਾ ਹੈ। ਸਮਰਾਟ ਨੇ ਕਿਹਾ, 100 ਰੁਪਈਏ? ਇਹ 2 ਪੈਸੇ ਦਾ ਪੱਖਾ ਹੈ ਜੋ ਬਾਜ਼ਾਰ ਵਿੱਚ ਥਾਂ-ਥਾਂ ਮਿਲਦਾ ਹੈ, ਅਤੇ 100 ਰੁਪਈਏ ਮੁੱਲ? ਕੀ ਹੈ ਇਸ ਦੀ ਖੂਬੀ? ਉਹ ਆਦਮੀ ਨੇ ਕਿਹਾ, ਖੂਬੀ, ਇਹ ਪੱਖਾ 100 ਸਾਲ ਚੱਲਦਾ ਹੈ, 100 ਸਾਲ ਦੇ ਲਈ ਗਾਰੰਟੀ ਹੈ, 100 ਸਾਲ ਤੋਂ ਘੱਟ ਵਿੱਚ ਖਰਾਬ ਨਹੀਂ ਹੁੰਦਾ। ਸਮਰਾਟ ਨੇ ਕਿਹਾ, ਇਹਨੂੰ ਦੇਖ ਕੇ ਤਾਂ ਅਜਿਹਾ ਹੀ ਲੱਗਦਾ ਹੈ ਕਿ ਹਫ਼ਤਾ ਵੀ ਚੱਲ ਜਾਏ, ਪੂਰਾ ਤਾਂ ਮੁਸ਼ਕਲ ਹੈ। ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਰਾਸਰ ਬੇਈਮਾਨੀ, ਅਤੇ ਉਹ ਵੀ ਸਮਰਾਟ ਦੇ ਸਾਹਮਣੇ। ਉਹ ਆਦਮੀ ਨੇ ਕਿਹਾ, ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ, ਇਸੇ ਰਾਹਦਾਰੀ ਵਿੱਚ ਰੋਜ਼ ਪੱਖੇ ਵੇਚਦਾ ਹਾਂ, 100 ਰੁਪਈਏ ਮੁੱਲ ਹੈ ਇਸ ਦਾ, ਅਤੇ 100 ਸਾਲ ਨਾ ਚੱਲੇ ਤਾਂ ਜ਼ਿੰਮੇਵਾਰ ਮੈਂ ਹਾਂ, ਰੋਜ਼ ਤਾਂ ਹੇਠਾਂ ਮੌਜੂਦ ਹੁੰਦਾ ਹਾਂ। ਫਿਰ ਤੁਸੀਂ ਸਮਰਾਟ ਹੋ, ਤੁਹਾਨੂੰ ਧੋਖਾ ਦੇ ਕੇ ਕਿੱਥੇ ਜਾਵਾਂਗਾ?
ਉਹ ਪੱਖਾ ਖਰੀਦ ਲਿਆ ਗਿਆ। ਸਮਰਾਟ ਨੂੰ ਯਕੀਨ ਤਾਂ ਨਹੀਂ ਸੀ, ਪਰ ਹੈਰਾਨੀ ਵੀ ਸੀ ਕਿ ਇਹ ਆਦਮੀ ਸਰਾਸਰ ਝੂਠ ਬੋਲ ਰਿਹਾ ਹੈ। ਕਿਸ ਬਲ 'ਤੇ ਬੋਲ ਰਿਹਾ ਹੈ? ਪੱਖਾ 100 ਰੁਪਏ ਵਿੱਚ ਖਰੀਦ ਲਿਆ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ 7ਵੇਂ ਦਿਨ ਤੂੰ ਹਾਜ਼ਰ ਹੋ ਜਾਵੀਂ। 2-4 ਦਿਨਾਂ ਵਿੱਚ ਹੀ ਪੱਖੇ ਦੀ ਡੰਡੀ ਬਾਹਰ ਨਿਕਲ ਗਈ। 7ਵੇਂ ਦਿਨ ਤਾਂ ਉਹ ਬਿਲਕੁਲ ਮੁਰਦਾ ਹੋ ਗਿਆ। ਲੇਕਿਨ ਸਮਰਾਟ ਨੇ ਸੋਚਿਆ ਸ਼ਾਇਦ ਪੱਖੇ ਵਾਲਾ ਆਏਗਾ ਨਹੀਂ। ਐਪਰ ਠੀਕ ਸਮੇਂ 'ਤੇ 7ਵੇਂ ਦਿਨ ਉਹ ਪੱਖੇ ਵਾਲਾ ਹਾਜ਼ਰ ਹੋ ਗਿਆ ਅਤੇ ਉਸ ਨੇ ਕਿਹਾ, ਕਹੋ ਮਹਾਰਾਜ। ਉਹਨਾਂ ਨੇ ਕਿਹਾ, ਕਹਿਣਾ ਨਹੀਂ ਹੈ, ਇਹ ਪੱਖਾ ਪਿਆ ਹੈ ਟੁੱਟਿਆ ਹੋਇਆ। ਇਹ 7 ਦਿਨਾਂ ਵਿੱਚ ਹੀ ਗਤੀ ਹੋ ਗਿਆ। ਤੂੰ ਕਹਿੰਦਾ ਸੀ 100 ਸਾਲ ਚੱਲੇਗਾ। ਪਾਗਲ ਹੈ ਜਾਂ ਧੋਖੇਬਾਜ਼ ਕੀ ਹੈ? ਉਸ ਆਦਮੀ ਨੇ ਕਿਹਾ ਕਿ ਜਾਪਦਾ ਹੈ ਤੁਹਾਨੂੰ ਪੱਖਾ ਝੱਲਣਾ ਨਹੀਂ ਆਉਂਦਾ। ਪੱਖਾ ਤਾਂ 100 ਸਾਲ ਚੱਲਦਾ ਹੈ। ਪੱਖਾ ਤਾਂ ਗਰੰਟਡ ਹੈ। ਤੁਸੀਂ ਪੱਖਾ ਝੱਲਦੇ ਕਿਵੇਂ ਸੀ? ਸਮਰਾਟ ਨੇ ਕਿਹਾ, ਹੋਰ ਵੀ ਸੁਣੋ, ਹੁਣ ਮੈਨੂੰ ਇਹ ਵੀ ਸਿੱਖਣਾ ਪਏਗਾ ਕਿ ਪੱਖਾ ਕਿਵੇਂ ਝੱਲਿਆ ਜਾਂਦਾ ਹੈ। ਉਸ ਆਦਮੀ ਨੇ ਕਿਹਾ, ਕਿਰਪਾ ਕਰਕੇ ਦੱਸੋ ਕਿ ਇਸ ਪੱਖੇ ਦੀ ਗਤੀ 7 ਦਿਨਾਂ ਵਿੱਚ ਅਜਿਹੀ ਕਿਵੇਂ ਬਣਾ ਦਿੱਤੀ ਤੁਸੀਂ? ਕਿਸ ਤਰ੍ਹਾਂ ਪੱਖਾ ਝੱਲਿਆ ਸੀ? ਸਮਰਾਟ ਨੇ ਪੱਖਾ ਚੱਕ ਕੇ ਝੱਲ ਕੇ ਦਿਖਾਇਆ ਕਿ ਇਸ ਤਰ੍ਹਾਂ ਮੈਂ ਪੱਖਾ ਝੱਲਿਆ ਸੀ। ਤਾਂ ਉਸ ਆਦਮੀ ਨੇ ਕਿਹਾ ਕਿ ਸਮਝ ਗਿਆ ਭੁੱਲ, ਇਸ ਤਰ੍ਹਾਂ ਪੱਖਾ ਨਹੀਂ ਝੱਲਿਆ ਜਾਂਦਾ। ਸਮਰਾਟ ਨੇ ਕਿਹਾ, ਹੋਰ ਕੀ ਤਰੀਕਾ ਹੈ ਪੱਖਾ ਝੱਲਣ ਦਾ? ਉਸ ਆਦਮੀ ਨੇ ਕਿਹਾ, ਪੱਖਾ ਫੜੋ ਸਾਹਮਣੇ ਅਤੇ ਸਿਰ ਨੂੰ ਹਿਲਾਓ। ਪੱਖਾ 100 ਸਾਲ ਚੱਲੇਗਾ। ਤੁਸੀਂ ਖਤਮ ਹੋ ਜਾਓਗੇ ਪਰ ਪੱਖਾ ਬਚੇਗਾ। ਪੱਖਾ ਗਲਤ ਨਹੀਂ ਹੈ, ਤੁਹਾਡੇ ਝੱਲਣ ਦਾ ਢੰਗ ਗਲਤ ਹੈ। ਇਹ ਆਦਮੀ ਪੈਦਾ ਹੋਇਆ ਹੈ 5-6 ਹਜ਼ਾਰ 10,000 ਸਾਲ ਦੀ ਸੰਸਕ੍ਰਿਤੀ ਦਾ ਇਹ ਆਦਮੀ ਫਲ ਹੈ। ਲੇਕਿਨ ਸੰਸਕ੍ਰਿਤੀ ਗਲਤ ਨਹੀਂ ਹੈ, ਇਹ ਆਦਮੀ ਗਲਤ ਹੈ। ਆਦਮੀ ਮਰਦਾ ਜਾਂਦਾ ਹੈ ਰੋਜ਼ ਅਤੇ ਸੰਸਕ੍ਰਿਤੀ ਹੀ ਦੁਹਾਈ ਚੱਲਦੀ ਚਲੀ ਜਾਂਦੀ ਹੈ। ਅਤੇ ਮਹਾਨ ਸੰਸਕ੍ਰਿਤੀ, ਮਹਾਨ ਧਰਮ, ਮਹਾਨ ਸਭ ਕੁਝ ਅਤੇ ਉਸ ਦਾ ਇਹ ਫਲ ਹੈ ਆਦਮੀ ਅਤੇ ਉਸੇ ਸੰਸਕ੍ਰਿਤੀ ਵਿੱਚੋਂ ਗੁਜ਼ਰਿਆ ਹੈ ਅਤੇ ਇਹ ਨਤੀਜਾ ਹੈ ਉਸ ਦਾ। ਐਪਰ ਨਹੀਂ, ਆਦਮੀ ਗਲਤ ਹੈ ਅਤੇ ਆਦਮੀ ਨੂੰ ਬਦਲਣਾ ਚਾਹੀਦਾ ਹੈ ਆਪਣੇ ਆਪ ਨੂੰ। ਅਤੇ ਕੋਈ ਕਹਿਣ ਦਾ ਹੌਸਲਾ ਨਹੀਂ ਕਰਦਾ ਕਿ ਕਿਤੇ ਅਜਿਹਾ ਤਾਂ ਨਹੀਂ ਕਿ 10,000 ਵਰ੍ਹਿਆਂ ਪਿੱਛੋਂ ਜੋ ਸੰਸਕ੍ਰਿਤੀ ਅਤੇ ਧਰਮ ਆਦਮੀ ਨੂੰ ਪ੍ਰੇਮ ਨਾਲ ਨਹੀਂ ਭਰ ਸਕੇ, ਉਹ ਸੰਸਕ੍ਰਿਤੀ ਅਤੇ ਧਰਮ ਗਲਤ ਹੋਣ। ਅਤੇ ਜੇ 10,000 ਵਰ੍ਹਿਆਂ ਵਿੱਚ ਆਦਮੀ ਪ੍ਰੇਮ ਨਾਲ ਨਹੀਂ ਭਰ ਪਾਇਆ ਤਾਂ ਅੱਗੇ ਕੋਈ ਸੰਭਾਵਨਾ ਨਹੀਂ ਹੈ ਕਿ ਇਸੇ ਧਰਮ ਅਤੇ ਇਸੇ ਸੰਸਕ੍ਰਿਤੀ ਦੇ ਆਧਾਰ 'ਤੇ ਕਿ ਆਦਮੀ ਕਦੇ ਪ੍ਰੇਮ ਨਾਲ ਭਰ ਜਾਵੇ। 10,000 ਵਰ੍ਹਿਆਂ ਵਿੱਚ ਜੋ ਨਹੀਂ ਹੋ ਪਾਇਆ ਉਹ ਅੱਗੇ ਵੀ 10,000 ਵਰ੍ਹਿਆਂ ਵਿੱਚ ਹੋਣ ਵਾਲਾ ਨਹੀਂ, ਕਿਉਂਕਿ ਆਦਮੀ ਇਹੀ ਹੈ, ਕੱਲ੍ਹ ਵੀ ਇਹੀ ਹੋਵੇਗਾ। ਆਦਮੀ ਹਮੇਸ਼ਾ ਤੋਂ ਇਹੀ ਹੈ ਅਤੇ ਹਮੇਸ਼ਾ ਇਹੀ ਹੋਵੇਗਾ। ਸੰਸਕ੍ਰਿਤੀ ਅਤੇ ਧਰਮ ਜਿਨ੍ਹਾਂ ਦੇ ਅਸੀਂ ਨਾਅਰੇ ਲਾਈ ਜਾਂਦੇ ਹਾਂ ਅਤੇ ਸੰਤ ਅਤੇ ਮਹਾਤਮਾ ਜਿਨ੍ਹਾਂ ਦੀਆਂ ਦੁਹਾਈਆਂ ਦੇਈ ਚੱਲਦੇ ਹਾਂ, ਸੋਚਣ ਦੇ ਲਈ ਵੀ ਅਸੀਂ ਤਿਆਰ ਨਹੀਂ ਕਿ ਕਿਤੇ ਸਾਡੀ ਬੁਨਿਆਦੀ ਦੀ ਦਿਸ਼ਾ ਸਹੀ ਹੈ ਜਾਂ ਗਲਤ ਤਾਂ ਨਹੀਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਗਲਤ ਹੈ ਅਤੇ ਗਲਤ ਸਬੂਤ ਹੈ ਇਹ ਆਦਮੀ। ਹੋਰ ਕੀ ਸਬੂਤ ਹੁੰਦਾ ਹੈ? ਇੱਕ ਬੀਜ ਨੂੰ ਅਸੀਂ ਬੀਜੀਏ ਤਾਂ ਫਲ ਜ਼ਹਿਰੀਲੇ ਅਤੇ ਕੌੜੇ ਹੋਣ ਦਾ ਕੀ ਸਿੱਧ ਹੁੰਦਾ ਹੈ? ਸਿੱਧ ਹੁੰਦਾ ਹੈ ਕਿ ਉਹ ਬੀਜ ਜ਼ਹਿਰੀਲਾ ਅਤੇ ਕੌੜਾ ਰਿਹਾ ਹੋਵੇਗਾ। ਹਾਲਾਂਕਿ ਬੀਜ ਵਿੱਚ ਪਤਾ ਲਾਉਣਾ ਮੁਸ਼ਕਲ ਹੈ ਕਿ ਉਸ ਤੋਂ ਜੋ ਫਲ ਪੈਦਾ ਹੋਣਗੇ ਉਹ ਕੌੜੇ ਪੈਦਾ ਹੋਣਗੇ। ਬੀਜ ਵਿੱਚ ਕੁਝ ਖੋਜਬੀਨ ਨਹੀਂ ਕੀਤੀ ਜਾ ਸਕਦੀ। ਬੀਜ ਨੂੰ ਤੋੜੋ, ਭੰਨੋ, ਕੋਈ ਪਤਾ ਨਹੀਂ ਲੱਗ ਸਕਦਾ ਕਿ ਇਸ ਤੋਂ ਜੋ ਫਲ ਪੈਦਾ ਹੋਣਗੇ ਉਹ ਕੌੜੇ ਹੋਣਗੇ। ਬੀਜ ਨੂੰ ਬੀਜੋ, 100 ਸਾਲ ਲੱਗ ਜਾਣਗੇ, ਬਿਰਛ ਹੋਵੇਗਾ, ਵੱਡਾ ਹੋਵੇਗਾ, ਆਕਾਸ਼ ਵਿੱਚ ਫੈਲੇਗਾ, ਤਦ ਫਲ ਆਉਣਗੇ ਅਤੇ ਤਦ ਪਤਾ ਲੱਗੇਗਾ ਕਿ ਉਹ ਕੌੜੇ ਹਨ। 10,000 ਵਰ੍ਹਿਆਂ ਵਿੱਚ ਸੰਸਕ੍ਰਿਤੀ ਅਤੇ ਧਰਮ ਦੇ ਜੋ ਬੀਜ ਬੀਜੇ ਗਏ ਹਨ ਉਹ ਆਦਮੀ ਉਸਦਾ ਫਲ ਹੈ ਅਤੇ ਇਹ ਕੌੜਾ ਹੈ ਅਤੇ ਘਿਰਣਾ ਨਾਲ ਭਰਿਆ ਹੋਇਆ ਹੈ। ਐਪਰ ਉਸੇ ਦੀ ਦੁਹਾਈ ਦੇਈ ਚਲੇ ਜਾਂਦੇ ਹਾਂ ਅਤੇ ਅਸੀਂ ਸੋਚਦੇ ਹਾਂ ਉਸ ਨਾਲ ਪ੍ਰੇਮ ਹੋ ਜਾਏਗਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਉਸ ਨਾਲ ਪ੍ਰੇਮ ਨਹੀਂ ਹੋ ਸਕਦਾ, ਕਿਉਂਕਿ ਪ੍ਰੇਮ ਦੇ ਪੈਦਾ ਹੋਣ ਦੀ ਜੋ ਬੁਨਿਆਦੀ ਸੰਭਾਵਨਾ ਹੈ ਧਰਮਾਂ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ ਅਤੇ ਉਸ ਵਿੱਚ ਹੀ ਜ਼ਹਿਰ ਘੋਲ ਦਿੱਤਾ ਹੈ। ਮਨੁੱਖ ਤੋਂ ਵੀ ਪ੍ਰੇਮ ਪਸ਼ੂ ਅਤੇ ਪੰਛੀਆਂ ਵਿੱਚ ਅਤੇ ਪੌਦਿਆਂ ਵਿੱਚ ਨਜ਼ਰ ਆਉਂਦਾ ਹੈ। ਇਹਨਾਂ ਕੋਲ ਨਾ ਕੋਈ ਸੰਸਕ੍ਰਿਤੀ ਹੈ, ਨਾ ਕੋਈ ਧਰਮ ਹੈ। ਸੰਸਕਾਰੀ ਅਤੇ ਚੰਗੇ ਸੰਸਕਾਰੀ ਅਤੇ ਸੁਭਾਏ ਮਨੁੱਖਾਂ ਦੀ ਬਜਾਏ ਅਸੁਭਾਏ ਅਤੇ ਜੰਗਲ ਦੇ ਆਦਮੀ ਵਿੱਚ ਵਧੇਰੇ ਪ੍ਰੇਮ ਦਿਖਾਈ ਦਿੰਦਾ ਹੈ, ਜਿਸ ਦੇ ਕੋਲ ਕੋਈ ਵਿਕਸਿਤ ਧਰਮ ਹੈ, ਨਾ ਕੋਈ ਸੱਭਿਅਤਾ ਹੈ, ਨਾ ਕੋਈ ਸੰਸਕ੍ਰਿਤੀ ਹੈ। ਜਿੰਨਾ ਆਦਮੀ ਸੱਭਿਆ, ਚੰਗਾ ਸੰਸਕਾਰੀ ਅਤੇ ਅਖੌਤੀ ਧਰਮਾਂ ਦੇ ਪ੍ਰਭਾਵ ਵਿੱਚ ਮੰਦਰਾਂ ਅਤੇ ਚਰਚਾਂ ਵਿੱਚ ਪ੍ਰਾਰਥਨਾ ਕਰਨ ਲੱਗਦਾ ਹੈ, ਓਨਾ ਹੀ ਪ੍ਰੇਮ ਤੋਂ ਸ਼ੂਨਿਆ ਕਿਉਂ ਹੁੰਦਾ ਚਲਿਆ ਜਾਂਦਾ ਹੈ।
ਜ਼ਰੂਰ ਕੁਝ ਕਾਰਨ ਹੈ ਅਤੇ ਦੋ ਕਾਰਨਾਂ ਉੱਤੇ ਮੈਂ ਵਿਚਾਰ ਕਰਨਾ ਚਾਹੁੰਦਾ ਹਾਂ। ਜੇਕਰ ਉਹ ਖਿਆਲ ਵਿੱਚ ਆ ਜਾਣ ਤਾਂ ਪ੍ਰੇਮ ਦੇ ਅਟਕੇ ਸੋਮੇ ਫੁੱਟ ਸਕਦੇ ਹਨ ਅਤੇ ਪ੍ਰੇਮ ਦੀ ਗੰਗਾ ਵਹਿ ਸਕਦੀ ਹੈ। ਉਹ ਹਰ ਆਦਮੀ ਦੇ ਅੰਦਰ ਹੈ, ਉਸ ਨੂੰ ਕਿਤੋਂ ਲਿਆਉਣਾ ਨਹੀਂ। ਪ੍ਰੇਮ ਕੋਈ ਅਜਿਹੀ ਗੱਲ ਨਹੀਂ ਕਿ ਕਿਤੇ ਭਾਲਣ ਜਾਣਾ ਹੈ, ਉਸ ਨੂੰ ਉਹ ਹੈ। ਉਹ ਪ੍ਰਾਣਾਂ ਦੀ ਪਿਆਸ ਹੈ ਹਰੇਕ ਦੇ ਅੰਦਰ। ਉਹ ਪ੍ਰਾਣਾਂ ਦੀ ਸੁਗੰਧ ਹੈ ਹਰੇਕ ਦੇ ਅੰਦਰ, ਲੇਕਿਨ ਚਾਰੇ ਪਾਸੇ ਓਟਾ ਹੈ ਉਸਦੇ ਅਤੇ ਉਹ ਪ੍ਰਗਟ ਨਹੀਂ ਹੋ ਪਾਉਂਦੀ। ਸਭ ਪਾਸੇ ਪੱਥਰ ਦੀ ਕੰਧ ਹੈ ਅਤੇ ਉਹ ਝਰਨੇ ਫੁੱਟ ਨਹੀਂ ਪਾਉਂਦੇ। ਤਾਂ ਪ੍ਰੇਮ ਦੀ ਚੋਜ ਅਤੇ ਪ੍ਰੇਮ ਦੀ ਸਾਧਨਾ ਕੋਈ ਪੋਜ਼ੀਟਿਵ, ਕੋਈ ਵਿਧਾਇਕ ਖੋਜ ਦੇ ਸਾਧਨਾ ਨਹੀਂ ਹੈ ਕਿ ਅਸੀਂ ਜਾਈਏ ਅਤੇ ਕਿਤੋਂ ਪ੍ਰੇਮ ਸਿੱਖ ਲਈਏ। ਇੱਕ ਮੂਰਤੀਕਾਰ ਇੱਕ ਪੱਥਰ ਨੂੰ ਤੋੜ ਰਿਹਾ ਹੈ। ਕੋਈ ਦੇਖਣ ਗਿਆ ਸੀ ਕਿ ਮੂਰਤੀ ਕਿਵੇਂ ਬਣਾਈ ਜਾਂਦੀ ਹੈ। ਉਸਨੇ ਦੇਖਿਆ ਕਿ ਮੂਰਤੀ ਤਾਂ ਬਿਲਕੁਲ ਨਹੀਂ ਬਣਾਈ ਜਾ ਰਹੀ, ਸਿਰਫ ਛੈਣੀ ਅਤੇ ਹਥੌੜੇ ਨਾਲ ਪੱਥਰ ਤੋੜਿਆ ਜਾ ਰਿਹਾ ਹੈ। ਉਸ ਆਦਮੀ ਨੇ ਪੁੱਛਿਆ, ਇਹ ਤੁਸੀਂ ਕੀ ਕਰ ਰਹੇ ਹੋ? ਮੂਰਤੀ ਨਹੀਂ ਬਣਾਓਗੇ? ਮੈਂ ਤਾਂ ਮੂਰਤੀ ਦਾ ਬਣਨਾ ਦੇਖਣ ਆਇਆ ਹਾਂ, ਤੁਸੀਂ ਤਾਂ ਸਿਰਫ ਪੱਥਰ ਤੋੜ ਰਹੇ ਹੋ। ਤਾਂ ਉਸ ਮੂਰਤੀਕਾਰ ਨੇ ਕਿਹਾ ਕਿ ਮੂਰਤੀ ਤਾਂ ਪੱਥਰ ਦੇ ਅੰਦਰ ਛੁਪੀ ਹੈ, ਉਸ ਨੂੰ ਬਣਾਉਣ ਦੀ ਲੋੜ ਨਹੀਂ। ਸਿਰਫ ਉਸ ਦੇ ਉੱਪਰ ਜੋ ਫਾਲਤੂ ਪੱਥਰ ਜੁੜਿਆ ਹੈ ਉਸ ਨੂੰ ਅਲੱਗ ਕਰ ਦੇਣ ਦੀ ਲੋੜ ਹੈ ਅਤੇ ਮੂਰਤੀ ਪ੍ਰਗਟ ਹੋ ਜਾਵੇਗੀ। ਮੂਰਤੀ ਬਣਾਈ ਨਹੀਂ ਜਾਂਦੀ, ਮੂਰਤੀ ਸਿਰਫ ਕੱਢੀ ਜਾਂਦੀ ਹੈ, ਡਿਸਕਵਰ ਹੁੰਦੀ ਹੈ, ਪਰਦਾ ਹਟਾਇਆ ਜਾਣਾ ਹੁੰਦਾ ਹੈ, ਉਘਾੜੀ ਜਾਂਦੀ ਹੈ। ਮਨੁੱਖ ਦੇ ਅੰਦਰ ਪ੍ਰੇਮ ਛੁਪਿਆ ਹੈ, ਸਿਰਫ ਉਘਾੜਨ ਦੀ ਗੱਲ ਹੈ, ਉਸ ਨੂੰ ਪੈਦਾ ਕਰਨ ਦਾ ਸਵਾਲ ਨਹੀਂ। ਪਰਦਾ ਹਟਾਉਣ ਦੀ ਗੱਲ ਹੈ। ਕੁਝ ਹੈ ਜੋ ਅਸੀਂ ਉੱਪਰ ਤੋਂ ਉੜਿਆ ਹੋਇਆ ਹੈ, ਜੋ ਉਸ ਨੂੰ ਪ੍ਰਗਟ ਨਹੀਂ ਹੋਣ ਦਿੰਦਾ। ਇੱਕ ਇਲਾਜ ਕਰਤਾ ਨੂੰ ਜੇ ਤੁਸੀਂ ਪੁੱਛੋ ਕਿ ਤੰਦਰੁਸਤੀ ਕੀ ਹੈ ਅਤੇ ਦੁਨੀਆ ਦਾ ਕੋਈ ਇਲਾਜ ਕਰਤਾ ਨਹੀਂ ਦੱਸ ਸਕਦਾ ਕਿ ਤੰਦਰੁਸਤੀ ਕੀ ਹੈ, ਬੜੀ ਹੈਰਾਨੀ ਦੀ ਗੱਲ ਹੈ। ਤੰਦਰੁਸਤੀ ਉੱਤੇ ਹੀ ਤਾਂ ਸਾਰਾ ਇਲਾਜ ਸ਼ਾਸਤਰ ਖੜ੍ਹਾ ਹੈ, ਸਾਰੀ ਮੈਡੀਕਲ ਸਾਇੰਸ ਖੜ੍ਹੀ ਹੈ ਅਤੇ ਕੋਈ ਨਹੀਂ ਦੱਸ ਸਕਦਾ ਕਿ ਤੰਦਰੁਸਤੀ ਕੀ ਹੈ। ਲੇਕਿਨ ਇਲਾਜ ਕਰਤਾ ਤੋਂ ਪੁੱਛੋ ਕਿ ਤੰਦਰੁਸਤੀ ਕੀ ਹੈ ਤਾਂ ਉਹ ਕਹੇਗਾ ਬਿਮਾਰੀਆਂ ਦੇ ਬਾਬਤ ਅਸੀਂ ਦੱਸ ਸਕਦੇ ਹਾਂ ਕਿ ਬਿਮਾਰੀਆਂ ਕੀ ਹਨ, ਉਹਨਾਂ ਦੇ ਲੱਛਣ ਸਾਨੂੰ ਪਤਾ ਹਨ, ਇੱਕ ਇੱਕ ਬਿਮਾਰੀ ਦੀ ਅਲੱਗ-ਅਲੱਗ ਪਰਿਭਾਸ਼ਾ ਸਾਨੂੰ ਪਤਾ ਹੈ। ਤੰਦਰੁਸਤੀ ਦਾ ਸਾਨੂੰ ਕੋਈ ਵੀ ਪਤਾ ਨਹੀਂ। ਇੰਨਾ ਅਸੀਂ ਕਹਿ ਸਕਦੇ ਹਾਂ ਕਿ ਜਦ ਕੋਈ ਬਿਮਾਰ ਨਹੀਂ ਹੁੰਦਾ ਤਦ ਜੋ ਹੁੰਦਾ ਹੈ ਉਹ ਤੰਦਰੁਸਤੀ ਹੈ। ਤੰਦਰੁਸਤੀ ਤਾਂ ਮਨੁੱਖ ਦੇ ਅੰਦਰ ਛੁਪੀ ਹੈ, ਇਸ ਲਈ ਮਨੁੱਖ ਦੀ ਪਰਿਭਾਸ਼ਾ ਦੇ ਬਾਹਰ ਹੈ। ਬਿਮਾਰੀ ਬਾਹਰ ਤੋਂ ਆਉਂਦੀ ਹੈ, ਇਸ ਲਈ ਬਾਹਰ ਤੋਂ ਪਰਿਭਾਸ਼ਾ ਕੀਤੀ ਜਾ ਸਕਦੀ ਹੈ। ਤੰਦਰੁਸਤੀ ਅੰਦਰ ਤੋਂ ਆਉਂਦੀ ਹੈ, ਉਸਦੀ ਕੋਈ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਇੰਨਾ ਹੀ ਨਹੀਂ ਕਹਿ ਸਕਦੇ ਕਿ ਬਿਮਾਰੀਆਂ ਦੀ ਅਣਹੋਂਦ ਤੰਦਰੁਸਤੀ ਹੈ, ਪਰ ਇਹ ਤੰਦਰੁਸਤੀ ਦੀ ਪਰਿਭਾਸ਼ਾ ਕਿੱਥੇ ਹੋਈ? ਤੰਦਰੁਸਤੀ ਦੇ ਸੰਬੰਧ ਵਿੱਚ ਤਾਂ ਅਸੀਂ ਕੁਝ ਵੀ ਨਾ ਕਿਹਾ ਕਿ ਬਿਮਾਰੀਆਂ ਨਹੀਂ ਹਨ, ਤਾਂ ਬਿਮਾਰੀਆਂ ਦੇ ਸੰਬੰਧ ਵਿੱਚ ਕਿਹਾ। ਸੱਚ ਇਹ ਹੈ ਕਿ ਤੰਦਰੁਸਤੀ ਪੈਦਾ ਨਹੀਂ ਕਰਨੀ ਹੁੰਦੀ ਹੈ, ਜਾਂ ਤਾਂ ਛੁਪ ਜਾਂਦੀ ਹੈ ਬਿਮਾਰੀਆਂ ਵਿੱਚ, ਜਾਂ ਬਿਮਾਰੀਆਂ ਹਟ ਜਾਂਦੀਆਂ ਹਨ ਤਾਂ ਪ੍ਰਗਟ ਹੋ ਜਾਂਦੀ ਹੈ। ਤੰਦਰੁਸਤੀ ਸਾਡੇ ਵਿੱਚ ਹੈ, ਤੰਦਰੁਸਤੀ ਸਾਡਾ ਸੁਭਾਅ ਹੈ, ਪ੍ਰੇਮ ਸਾਡੇ ਵਿੱਚ ਹੈ, ਪ੍ਰੇਮ ਸਾਡਾ ਸੁਭਾਅ ਹੈ। ਇਸ ਲਈ ਇਹ ਗੱਲ ਗਲਤ ਹੈ ਕਿ ਮਨੁੱਖ ਨੂੰ ਸਮਝਾਇਆ ਜਾਵੇ ਕਿ ਤੂੰ ਪ੍ਰੇਮ ਪੈਦਾ ਕਰ। ਸੋਚਣਾ ਇਹ ਕਿ ਪ੍ਰੇਮ ਪੈਦਾ ਕਿਉਂ ਨਹੀਂ ਹੋ ਪਾ ਰਿਹਾ, ਵਿਘਨ ਕੀ ਹੈ, ਅੜਚਨ ਕੀ ਹੈ, ਕਿੱਥੇ ਰੁਕਾਵਟ ਪਾ ਦਿੱਤੀ ਗਈ। ਜੇਕਰ ਕੋਈ ਵੀ ਰੁਕਾਵਟ ਨਾ ਹੋਵੇ ਤਾਂ ਪ੍ਰੇਮ ਪ੍ਰਗਟ ਹੋਵੇਗਾ ਹੀ। ਉਸ ਨੂੰ ਸਿਖਾਉਣ ਦੀ ਅਤੇ ਸਮਝਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਜੇ ਮਨੁੱਖ ਦੇ ਉੱਪਰ ਗਲਤ ਸੰਸਕ੍ਰਿਤੀ ਅਤੇ ਗਲਤ ਸੰਸਕਾਰ ਦੀਆਂ ਧਾਰਾਵਾਂ 'ਤੇ ਰੁਕਾਵਟਾਂ ਨਾ ਹੋਣ ਤਾਂ ਹਰ ਆਦਮੀ ਨੂੰ ਪ੍ਰੇਮ ਉਪਲਬਧ ਹੋਵੇਗਾ ਹੀ। ਇਹ ਲਾਜ਼ਮਤਾ ਹੈ, ਪ੍ਰੇਮ ਦੇ ਕੋਈ ਬਚ ਨਹੀਂ ਸਕਦਾ। ਪ੍ਰੇਮ ਸੁਭਾਅ ਹੈ। ਗੰਗਾ ਵਗਦੀ ਹੈ ਹਿਮਾਲਿਆ ਤੋਂ, ਵਗੇਗੀ ਗੰਗਾ, ਉਸ ਦੇ ਪ੍ਰਾਣ ਹਨ, ਉਸ ਦੇ ਕੋਲ ਪਾਣੀ ਹੈ, ਉਹ ਵਗੇਗੀ ਅਤੇ ਸਾਗਰ ਨੂੰ ਲੱਭ ਹੀ ਲਵੇਗੀ। ਨਾ ਕਿਸੇ ਪੁਲਿਸ ਵਾਲੇ ਤੋਂ ਪੁੱਛੇਗੀ, ਨਾ ਕਿਸੇ ਪੁਰੋਹਿਤ ਤੋਂ ਪੁੱਛੇਗੀ ਕਿ ਸਾਗਰ ਕਿੱਥੇ ਆ। ਦੇਖੀਏ ਕਿਸੇ ਗੰਗਾ ਨੂੰ ਚੁਰਸਤੇ 'ਤੇ ਖੜ੍ਹੇ ਹੋ ਕੇ ਪੁੱਛਦੇ ਹਾਂ ਕਿ ਸਾਗਰ ਕਿੱਥੇ ਆ। ਉਸ ਦੇ ਪ੍ਰਾਣਾਂ ਵਿੱਚ ਛੁਪੀ ਹੈ ਸਾਗਰ ਦੀ ਖੋਜ ਅਤੇ ਊਰਜਾ ਹੈ ਤਾਂ ਪਹਾੜ ਤੋੜੇਗੀ, ਮੈਦਾਨ ਤੋੜੇਗੀ ਅਤੇ ਪਹੁੰਚ ਜਾਏਗੀ ਸਾਗਰ ਤੱਕ। ਸਾਗਰ ਕਿੰਨਾ ਹੀ ਦੂਰ ਹੋਵੇ, ਕਿੰਨਾ ਹੀ ਛੁਪਿਆ ਹੋਵੇ, ਲੱਭ ਹੀ ਲਏਗੀ। ਹੋਰ ਕੋਈ ਰਾਹ ਨਹੀਂ ਹੈ, ਕੋਈ ਗਾਈਡ ਬੁੱਕ ਨਹੀਂ ਹੈ ਜਿਸ ਤੋਂ ਪਤਾ ਲਾ ਲਵੇ ਕਿ ਕਿੱਥੇ ਤੋਂ ਜਾਣਾ ਹੈ, ਪਰ ਪਹੁੰਚ ਜਾਂਦੀ ਹੈ। ਲੇਕਿਨ ਬੰਨ੍ਹ ਦਿੱਤੇ ਜਾਣ, ਚਾਰੇ ਪਾਸੇ ਓਟੇ ਉਸਾਰ ਦਿੱਤੇ ਜਾਣ, ਕੁਦਰਤ ਦੀਆਂ ਰੁਕਾਵਟਾਂ ਨੂੰ ਤਾਂ ਤੋੜ ਕੇ ਗੰਗਾ ਸਾਗਰ ਤੱਕ ਪਹੁੰਚ ਜਾਂਦੀ ਹੈ। ਪਰ ਜੇ ਆਦਮੀ ਦੀ ਇੰਜੀਨੀਅਰਿੰਗ ਦੀਆਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਜਾਣ ਤਾਂ ਹੋ ਸਕਦਾ ਹੈ ਗੰਗਾ ਸਾਗਰ ਤੱਕ ਨਾ ਪਹੁੰਚ ਪਾਏ। ਇਹ ਫਰਕ ਸਮਝ ਲੈਣਾ ਜ਼ਰੂਰੀ ਹੈ।
ਕੁਦਰਤ ਦੀ ਕੋਈ ਵੀ ਰੁਕਾਵਟ ਅਸਲ ਵਿੱਚ ਰੁਕਾਵਟ ਨਹੀਂ ਹੈ। ਇਸ ਲਈ ਗੰਗਾ ਸਾਗਰ ਤੱਕ ਪਹੁੰਚ ਜਾਂਦੀ ਹੈ, ਹਿਮਾਲਿਆ ਨੂੰ ਕੱਟ ਕੇ ਪਹੁੰਚ ਜਾਂਦੀ ਹੈ। ਪਰ ਜੇ ਆਦਮੀ ਈਜਾਦ ਕਰੇ, ਇੰਤਜ਼ਾਮ ਕਰੇ ਤਾਂ ਗੰਗਾ ਨੂੰ ਸਾਗਰ ਤੱਕ ਨਹੀਂ ਵੀ ਪਹੁੰਚਣ ਦੇ ਸਕਦਾ। ਕੁਦਰਤ ਦਾ ਤਾਂ ਇੱਕ ਸਹਿਯੋਗ ਹੈ, ਕੁਦਰਤ ਦਾ ਇੱਕ ਹਾਰਮਨੀ ਹੈ। ਉੱਥੇ ਜੋ ਰੁਕਾਵਟ ਵੀ ਦਿਖਾਈ ਪੈਂਦੀ ਹੈ ਉਹ ਵੀ ਸ਼ਾਇਦ ਸ਼ਕਤੀ ਨੂੰ ਜਗਾਉਣ ਦੇ ਲਈ ਚੁਣੌਤੀ ਹੈ। ਉੱਥੇ ਜੋ ਵਿਰੋਧ ਵੀ ਦਿਖਾਈ ਦਿੰਦਾ ਹੈ ਉਹ ਵੀ ਸ਼ਾਇਦ ਅੰਦਰ ਪ੍ਰਾਣਾਂ ਵਿੱਚ ਜੋ ਛੁਪਿਆ ਹੈ ਉਸ ਨੂੰ ਪ੍ਰਗਟ ਕਰਨ ਦੇ ਲਈ ਬੁਲਾਵਾ ਹੈ। ਉੱਥੇ ਸ਼ਾਇਦ ਕੋਈ ਰੁਕਾਵਟ ਨਹੀਂ ਹੈ। ਉੱਥੇ ਅਸੀਂ ਬੀਜ ਨੂੰ ਦਬਾਉਂਦੇ ਹਾਂ ਜ਼ਮੀਨ ਵਿੱਚ, ਦਿਖਾਈ ਪੈਂਦਾ ਹੈ ਕਿ ਜ਼ਮੀਨ ਦੀ ਇੱਕ ਪਰਤ ਬੀਜ ਦੇ ਉੱਪਰ ਪਈ ਹੈ, ਰੁਕਾਵਟ ਪਾ ਰਹੀ ਹੈ, ਪਰ ਉਹ ਰੁਕਾਵਟ ਨਹੀਂ ਪਾ ਰਹੀ। ਜੇ ਉਹ ਪਰਤ ਨਹੀਂ ਹੋਵੇਗੀ ਤਾਂ ਬੀਜ ਅਕਰੰਤ ਵੀ ਨਹੀਂ ਹੋ ਪਾਏਗਾ। ਅਜਿਹਾ ਦਿਖਾਈ ਪੈਂਦਾ ਹੈ ਕਿ ਇੱਕ ਪਰਤ ਜ਼ਮੀਨ ਦੇ ਬੀਜ ਨੂੰ ਹੇਠਾਂ ਦਬਾ ਰਹੀ ਹੈ, ਲੇਕਿਨ ਉਹ ਪਰਤ ਇਸ ਲਈ ਦਬਾ ਰਹੀ ਹੈ ਤਾਂ ਜੋ ਬੀਜ ਦੱਬੇ, ਗਲੇ ਅਤੇ ਟੁੱਟ ਜਾਵੇ ਅਤੇ ਅੰਕੁਰ ਬਣ ਜਾਵੇ। ਉਸ ਉੱਪਰ ਤੋਂ ਦਿਖਾਈ ਪੈਂਦਾ ਹੈ ਕਿ ਉਹ ਜ਼ਮੀਨ ਰੁਕਾਵਟ ਪਾ ਰਹੀ ਹੈ, ਪਰ ਉਹ ਜ਼ਮੀਨ ਮਿੱਤਰ ਹੈ ਅਤੇ ਸਹਿਯੋਗ ਕਰ ਰਹੀ ਹੈ ਬੀਜ ਨੂੰ ਪ੍ਰਗਟ ਕਰਨ ਵਿੱਚ। ਕੁਦਰਤ ਦਾ ਇੱਕ ਹਾਰਮਨੀ ਹੈ, ਇੱਕ ਸੰਗੀਤਪੂਰਨ ਲੈਵਤਾ ਹੈ। ਲੇਕਿਨ ਆਦਮੀ ਨੇ ਜੋ ਕੁਦਰਤ ਦੇ ਉੱਪਰ ਇੰਜੀਨੀਅਰਿੰਗ ਕੀਤੀ ਹੈ, ਜੋ ਉਸਨੇ ਆਪਣੀਆਂ ਮਸ਼ੀਨੀ ਧਾਰਨਾਵਾਂ ਨੂੰ ਠੋਕਣ ਅਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਨਾਲ ਗੰਗਾਵਾਂ ਰੁਕ ਗਈਆਂ ਹਨ, ਥਾਂ ਅਟਕ ਗਈਆਂ ਹਨ ਅਤੇ ਫਿਰ ਆਦਮੀ ਨੂੰ ਦੋਸ਼ ਦਿੱਤਾ ਜਾਂਦਾ ਹੈ। ਕਿਸੇ ਬੀਜ ਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ। ਜੇ ਉਹ ਪੌਦਾ ਨਾ ਬਣ ਪਾਇਆ ਤਾਂ ਅਸੀਂ ਕਹਾਂਗੇ ਕਿ ਜ਼ਮੀਨ ਨਹੀਂ ਮਿਲੀ ਹੋਵੇਗੀ, ਠੀਕ, ਪਾਣੀ ਨਹੀਂ ਮਿਲਿਆ ਹੋਵੇਗਾ, ਠੀਕ ਹੈ, ਸੂਰਜ ਦੀ ਰੌਸ਼ਨੀ ਨਹੀਂ ਮਿਲੀ ਹੋਵੇਗੀ, ਠੀਕ ਹੈ। ਪਰ ਆਦਮੀ ਦੇ ਜੀਵਨ ਵਿੱਚ ਖਿੜ ਨਾ ਪਾਏ ਫੁੱਲ ਪ੍ਰੇਮ ਦਾ ਤਾਂ ਅਸੀਂ ਕਹਿੰਦੇ ਹਾਂ ਕਿ ਤੂੰ ਹੈ ਜ਼ਿੰਮੇਵਾਰ। ਅਤੇ ਕੋਈ ਨਹੀਂ ਕਹਿੰਦਾ ਕਿ ਭੂਮੀ ਨਹੀਂ ਮਿਲੀ ਹੋਵੇਗੀ, ਠੀਕ, ਪਾਣੀ ਨਹੀਂ ਮਿਲਿਆ ਹੋਵੇਗਾ, ਠੀਕ, ਸੂਰਜ ਦੀ ਰੌਸ਼ਨੀ ਨਹੀਂ ਮਿਲੀ ਹੋਵੇਗੀ, ਠੀਕ। ਇਸ ਲਈ ਇਹ ਆਦਮੀ ਦਾ ਪੌਦਾ ਅਟਕਿਆ ਰਹਿ ਗਿਆ, ਵਿਕਸਿਤ ਨਹੀਂ ਹੋ ਪਾਇਆ, ਫਲ ਤੱਕ ਨਹੀਂ ਪਹੁੰਚ ਪਾਇਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਬੁਨਿਆਦੀ ਰੁਕਾਵਟਾਂ ਆਦਮੀ ਨੇ ਖੜ੍ਹੀਆਂ ਕੀਤੀਆਂ ਹਨ। ਪ੍ਰੇਮ ਦੀ ਗੰਗਾ ਤਾਂ ਵਗ ਸਕਦੀ ਹੈ ਅਤੇ ਪਰਮਾਤਮਾ ਦੇ ਸਾਗਰ ਤੱਕ ਪਹੁੰਚ ਸਕਦੀ ਹੈ। ਆਦਮੀ ਬਣਿਆ ਇਸ ਲਈ ਹੈ ਕਿ ਉਹ ਵਗੇ ਅਤੇ ਪ੍ਰੇਮ ਵਗੇ ਅਤੇ ਪਰਮਾਤਮਾ ਤੱਕ ਪਹੁੰਚ ਜਾਵੇ। ਲੇਕਿਨ ਅਸੀਂ ਕਿਹੜੀਆਂ ਰੁਕਾਵਟਾਂ ਖੜ੍ਹੀਆਂ ਕਰ ਲਈਆਂ? ਪਹਿਲੀ ਗੱਲ, ਅੱਜ ਤੱਕ ਮਨੁੱਖ ਦੀਆਂ ਸਾਰੀਆਂ ਸੰਸਕ੍ਰਿਤੀਆਂ ਨੇ ਸੈਕਸ ਦਾ, ਕਾਮ ਦਾ, ਵਾਸਨਾ ਦਾ ਵਿਰੋਧ ਕੀਤਾ ਹੈ। ਇਸ ਵਿਰੋਧ ਨੇ ਮਨੁੱਖ ਦੇ ਅੰਦਰ ਪ੍ਰੇਮ ਤੇ ਜਨਮ ਦੀ ਸੰਭਾਵਨਾ ਤੋੜ ਦਿੱਤੀ ਹੈ, ਨਸ਼ਟ ਕਰ ਦਿੱਤੀ ਹੈ। ਇਸ ਵਰਜਨਾ ਨੇ, ਕਿਉਂਕਿ ਸੱਚਾਈ ਇਹ ਹੈ ਕਿ ਪ੍ਰੇਮ ਦੀ ਸਾਰੀ ਯਾਤਰਾ ਦਾ ਮੁੱਢਲਾ ਬਿੰਦੂ ਕਾਮ ਹੈ, ਸੈਕਸ ਹੈ। ਪ੍ਰੇਮ ਦੀ ਯਾਤਰਾ ਦਾ ਜਨਮ ਗੰਗੋਤਰੀ, ਜਿੱਥੋਂ ਤੋਂ ਗੰਗਾ ਪੈਦਾ ਹੋਵੇਗੀ, ਪ੍ਰੇਮ ਦੀ ਹੈ, ਉਹ ਸੈਕਸ ਹੈ, ਉਹ ਕਾਮ ਹੈ। ਅਤੇ ਉਸ ਦੇ ਸਭ ਦੁਸ਼ਮਣ ਹਨ, ਸਾਰੀਆਂ ਸੰਸਕ੍ਰਿਤੀਆਂ ਅਤੇ ਸਾਰੇ ਧਰਮ ਅਤੇ ਸਾਰੇ ਗੁਰੂ ਅਤੇ ਸਾਰੇ ਮਹਾਤਮਾ। ਤਾਂ ਗੰਗੋਤਰੀ ਉੱਤੇ ਹੀ ਚੋਟ ਕਰ ਦਿੱਤੀ, ਉੱਥੇ ਹੀ ਰੋਕ ਦਿੱਤਾ। ਪਾਪ ਹੈ ਕਾਮ, ਨੀਚ ਹੈ ਕਾਮ, ਜ਼ਹਿਰ ਹੈ ਕਾਮ। ਅਤੇ ਅਸੀਂ ਸੋਚਿਆ ਵੀ ਨਹੀਂ ਕਿ ਕਾਮ ਦੀ ਊਰਜਾ ਹੀ, ਸੈਕਸ ਐਨਰਜੀ ਹੀ ਆਖਿਰਕਾਰ ਪ੍ਰੇਮ ਵਿੱਚ ਤਬਦੀਲ ਹੁੰਦੀ ਹੈ, ਜੋ ਰੂਪ ਪਰਤਾਉਂਦੀ ਹੈ। ਪ੍ਰੇਮ ਦਾ ਜੋ ਵਿਕਾਸ ਹੈ ਉਹ ਕਾਮ ਦੀ ਸ਼ਕਤੀ ਦਾ ਹੀ ਟਰਾਂਸਫੋਰਮੇਸ਼ਨ ਹੈ, ਉਹ ਉਸੇ ਦਾ ਰੂਪ ਪਰਤਣ ਹੈ। ਇੱਕ ਕੋਲਾ ਪਿਆ ਹੋਵੇ ਤਾਂ ਅਤੇ ਉਸ ਨੂੰ ਖਿਆਲ ਵੀ ਨਹੀਂ ਆਏਗਾ ਕਿ ਕੋਲਾ ਹੀ ਰੂਪ ਪਰਤਾ ਕੇ, ਇੱਕ ਕੋਲਾ ਪਿਆ ਹੋਵੇ ਤਾਂ ਤੁਹਾਨੂੰ ਖਿਆਲ ਵੀ ਨਹੀਂ ਆਏਗਾ ਕਿ ਕੋਲਾ ਹੀ ਰੂਪ ਪਰਤਾ ਕੇ ਹੀਰਾ ਬਣ ਜਾਂਦਾ ਹੈ। ਹੀਰੇ ਅਤੇ ਕੋਲੇ ਵਿੱਚ ਬੁਨਿਆਦੀ ਰੂਪ ਵਿੱਚ ਕੋਈ ਵੀ ਫਰਕ ਨਹੀਂ ਹੈ। ਹੀਰੇ ਵਿੱਚ ਵੀ ਉਹੀ ਤੱਤ ਹਨ ਜੋ ਕੋਲੇ ਵਿੱਚ ਹਨ ਅਤੇ ਕੋਲਾ ਹੀ ਹਜ਼ਾਰਾਂ ਵਰ੍ਹਿਆਂ ਦੀ ਪ੍ਰਕਿਰਿਆ ਵਿੱਚੋਂ ਲੰਘ ਕੇ ਹੀਰਾ ਬਣ ਜਾਂਦਾ ਹੈ। ਲੇਕਿਨ ਕੋਲੇ ਦੀ ਕੋਈ ਕੀਮਤ ਨਹੀਂ ਹੈ। ਉਸ ਨੂੰ ਕੋਈ ਘਰ ਵਿੱਚ ਰੱਖਦਾ ਵੀ ਹੈ ਤਾਂ ਅਜਿਹੀ ਨਾ ਜਿੱਥੋਂ ਕਿ ਦਿਖਾਈ ਨਾ ਪਵੇ, ਅਤੇ ਹੀਰੇ ਨੂੰ ਲੋਕ ਛਾਤੀਆਂ ਉੱਤੇ ਲਟਕਾ ਕੇ ਘੁੰਮਦੇ ਹਨ ਕਿ ਉਹ ਦਿਖਾਈ ਦੇਵੇ। ਅਤੇ ਹੀਰਾ ਅਤੇ ਕੋਲਾ ਇੱਕ ਹੀ ਹਨ, ਪਰ ਕੋਈ ਨਜ਼ਰ ਨਹੀਂ ਆਉਂਦਾ ਕਿ ਇਹਨਾਂ ਦੋਹਾਂ ਵਿਚਾਲੇ ਅੰਤਰ ਸੰਬੰਧ ਹੈ। ਇੱਕ ਯਾਤਰਾ ਹੈ, ਕੋਲੇ ਦੀ ਸ਼ਕਤੀ ਹੀ ਹੀਰਾ ਬਣਦੀ ਹੈ। ਅਤੇ ਜੇ ਤੁਸੀਂ ਕੋਲੇ ਦੇ ਦੁਸ਼ਮਣ ਹੋ ਗਏ, ਜੋ ਕਿ ਹੋ ਜਾਣਾ ਬਿਲਕੁਲ ਆਸਾਨ ਹੈ ਕਿਉਂਕਿ ਕੋਲੇ ਵਿੱਚ ਕੁਝ ਵੀ ਨਹੀਂ ਦਿਖਾਈ ਪੈਂਦਾ, ਤਾਂ ਹੀਰੇ ਦੇ ਪੈਦਾ ਹੋਣ ਦੀ ਸੰਭਾਵਨਾ ਵੀ ਖਤਮ ਹੋ ਗਈ ਕਿਉਂਕਿ ਕੋਲਾ ਹੀ ਹੀਰਾ ਬਣ ਸਕਦਾ ਹੈ।
ਸੈਕਸ ਦੀ ਸ਼ਕਤੀ ਹੀ ਕਾਮ ਦੀ ਸ਼ਕਤੀ ਹੀ ਪ੍ਰੇਮ ਬਣਦੀ ਹੈ, ਲੇਕਿਨ ਉਸ ਦੇ ਵਿਰੋਧ ਵਿੱਚ ਸਾਰੇ ਦੁਸ਼ਮਣ ਹਨ। ਉਸ ਦੇ ਚੰਗੇ ਆਦਮੀ ਉਸ ਦੇ ਦੁਸ਼ਮਣ ਹਨ ਅਤੇ ਉਸ ਦੇ ਵਿਰੋਧ ਵਿੱਚ ਪ੍ਰੇਮ ਦੇ ਅੰਕੁਰ ਵੀ ਨਹੀਂ ਫੁੱਟਣ ਦਿੱਤੇ ਹਨ ਅਤੇ ਜ਼ਮੀਨ ਤੋਂ ਮੁੱਢ ਤੋਂ ਪਹਿਲੀ ਪੌੜੀ ਤੋਂ ਨਸ਼ਟ ਕਰ ਦਿੱਤਾ ਭਵਨ ਨੂੰ। ਫਿਰ ਉਹ ਹੀਰਾ ਨਹੀਂ ਬਣ ਪਾਉਂਦਾ ਕੋਲਾ, ਕਿਉਂਕਿ ਉਸ ਦੇ ਬਣਨ ਦੇ ਲਈ ਜੋ ਸਵੀਕਾਰਨਾ ਚਾਹੀਦਾ ਸੀ, ਜੋ ਉਸ ਦਾ ਵਿਕਾਸ ਚਾਹੀਦਾ ਸੀ, ਜੋ ਉਸ ਦਾ ਰੂਪ ਪਰਤਣ ਕਰਨ ਦੀ ਪ੍ਰਕਿਰਿਆ ਚਾਹੀਦੀ ਸੀ, ਉਸ ਦਾ ਸਵਾਲ ਹੀ ਨਹੀਂ ਉੱਠਦਾ। ਜਿਸ ਦੇ ਅਸੀਂ ਦੁਸ਼ਮਣ ਹੋ ਗਏ, ਜਿਸ ਦੇ ਅਸੀਂ ਵੈਰੀ ਬਣ ਗਏ, ਜਿਸ ਦੇ ਨਾਲ ਸਾਡੀ ਦਵੰਦ ਦੀ ਹਾਲਤ ਬਣ ਗਈ ਹੋਵੇ ਅਤੇ ਜਿਸ ਨਾਲ ਅਸੀਂ ਲਗਾਤਾਰ ਲੜਨ ਲੱਗੇ। ਆਪਣੀ ਹੀ ਸ਼ਕਤੀ ਨਾਲ ਆਦਮੀ ਨੂੰ ਲੜਾ ਦਿੱਤਾ ਗਿਆ, ਸੈਕਸ ਦੀ ਸ਼ਕਤੀ ਨਾਲ ਆਦਮੀ ਨੂੰ ਲੜਾ ਦਿੱਤਾ ਗਿਆ ਅਤੇ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ ਕਿ ਦਵੰਦ ਛੱਡਣਾ ਚਾਹੀਦਾ ਹੈ, ਕਨਫਲਿਕਟ ਛੱਡਣੀਆਂ ਚਾਹੀਦੀਆਂ ਹੈ, ਲੜਨਾ ਨਹੀਂ ਚਾਹੀਦਾ ਅਤੇ ਸਾਰੀਆਂ ਸਿੱਖਿਆਵਾਂ ਬੁਨਿਆਦ ਵਿੱਚ ਸਿਖਾ ਰਹੀਆਂ ਹਨ ਕਿ ਲੜੋ। ਮਨ ਜ਼ਹਿਰ ਹੈ ਤਾਂ ਮਨ ਨਾਲ ਲੜੋ, ਜ਼ਹਿਰ ਨਾਲ ਤਾਂ ਲੜਨਾ ਪਏਗਾ। ਸੈਕਸ ਪਾਪ ਹੈ ਤਾਂ ਉਸ ਨਾਲ ਲੜੋ। ਅਤੇ ਉੱਪਰ ਤੋਂ ਕਿਹਾ ਜਾ ਰਿਹਾ ਕਿ ਦਵੰਦ ਛੱਡੋ। ਜਿਨ੍ਹਾਂ ਸਿੱਖਿਆਵਾਂ ਦੇ ਆਧਾਰ 'ਤੇ ਮਨੁੱਖ ਦਵੰਦ ਨਾਲ ਭਰ ਰਿਹਾ ਹੈ, ਉਹੀ ਸਿੱਖਿਆਵਾਂ ਦੂਜੇ ਪਾਸੇ ਕਹਿ ਰਹੀਆਂ ਹਨ ਕਿ ਦਵੰਦ ਛੱਡੋ। ਇੱਕ ਪਾਸੇ ਆਦਮੀ ਨੂੰ ਪਾਗਲ ਬਣਾਓ ਅਤੇ ਦੂਜੇ ਪਾਸੇ ਪਾਗਲਖਾਨੇ ਖੋਲ੍ਹੋ ਕਿ ਉਹਨਾਂ ਦਾ ਇਲਾਜ ਕਰਨਾ ਹੈ। ਇੱਕ ਪਾਸੇ ਕੀਟਾਣੂ ਫੈਲਾਓ ਬਿਮਾਰੀਆਂ ਦੇ ਅਤੇ ਫਿਰ ਹਸਪਤਾਲ ਖੋਲ੍ਹੋ ਕਿ ਬਿਮਾਰੀਆਂ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ। ਇੱਕ ਗੱਲ ਸਮਝ ਲੈਣੀ ਜ਼ਰੂਰੀ ਹੈ ਇਸ ਸੰਬੰਧ ਵਿੱਚ, ਮਨੁੱਖ ਕਦੇ ਵੀ ਕਾਮ ਤੋਂ ਮੁਕਤ ਨਹੀਂ ਹੋ ਸਕੇਗਾ। ਕਾਮ ਉਸ ਦੇ ਜੀਵਨ ਦਾ ਮੁੱਢਲਾ ਬਿੰਦੂ ਹੈ, ਉਸੇ ਤੋਂ ਜਨਮ ਹੁੰਦਾ ਹੈ। ਪਰਮਾਤਮਾ ਨੇ ਕਾਮ ਦੀ ਸ਼ਕਤੀ ਨੂੰ ਹੀ, ਸੈਕਸ ਨੂੰ ਹੀ ਸ੍ਰਿਸ਼ਟੀ ਦਾ ਮੂਲ ਬਿੰਦੂ ਸਵੀਕਾਰ ਕੀਤਾ ਹੈ ਅਤੇ ਪਰਮਾਤਮਾ ਜਿਸ ਨੂੰ ਪਾਪ ਨਹੀਂ ਸਮਝ ਰਿਹਾ, ਮਹਾਤਮਾ ਉਸ ਨੂੰ ਪਾਪ ਦੱਸ ਰਹੇ ਹਨ। ਜੇ ਪਰਮਾਤਮਾ ਉਸ ਨੂੰ ਪਾਪ ਸਮਝਦਾ ਹੈ ਤਾਂ ਪਰਮਾਤਮਾ ਤੋਂ ਵੱਡਾ ਪਾਪੀ ਇਸ ਪ੍ਰਿਥਵੀ ਉੱਤੇ, ਇਸ ਜਗਤ ਵਿੱਚ, ਇਸ ਵਿਸ਼ਵ ਵਿੱਚ ਕੋਈ ਵੀ ਨਹੀਂ। ਫੁੱਲ ਖਿੜਿਆ ਹੋਇਆ ਦਿਖਾਈ ਪੈ ਰਿਹਾ ਹੈ। ਕਦੇ ਸੋਚਿਆ ਹੈ ਕਿ ਫੁੱਲ ਦਾ ਖਿੜ ਜਾਣਾ ਵੀ ਸੈਕਸੂਅਲ ਐਕਟ ਹੈ? ਫੁੱਲ ਦਾ ਖਿੜ ਜਾਣਾ ਵੀ ਕਾਮ ਦੀ ਇੱਕ ਘਟਨਾ ਹੈ, ਵਾਸਨਾ ਦੀ ਇੱਕ ਘਟਨਾ ਹੈ। ਫੁੱਲ ਵਿੱਚ ਕੀ ਹੈ? ਉਸ ਦੇ ਖਿੜ ਜਾਣ ਵਿੱਚ, ਉਸ ਦੇ ਖਿੜ ਜਾਣ ਵਿੱਚ ਕੁਝ ਵੀ ਨਹੀਂ ਹੈ। ਉਹ ਬਿੰਦੂ ਹਨ, ਪਰਾਗ ਦੇ ਬੀਰਜ ਦੇ ਕਣ ਹਨ, ਜਿਨ੍ਹਾਂ ਨੂੰ ਤਿਤਲੀਆਂ ਉਡਾ ਕੇ ਦੂਜੇ ਫੁੱਲਾਂ ਉੱਤੇ ਲੈ ਜਾਣਗੀਆਂ ਅਤੇ ਨਵਾਂ ਜਨਮ ਦੇਣਗੀਆਂ। ਇੱਕ ਮੋਰ ਨੱਚ ਰਿਹਾ ਹੈ ਅਤੇ ਕਵੀ ਗੀਤ ਗਾ ਰਹੇ ਹਨ ਅਤੇ ਸੰਤ ਵੀ ਦੇਖ ਕੇ ਪ੍ਰਸੰਨ ਹੋਣਗੇ, ਲੇਕਿਨ ਉਹਨਾਂ ਨੂੰ ਖਿਆਲ ਨਹੀਂ ਹੈ ਕਿ ਨਾਚ ਇੱਕ ਸੈਕਸ਼ੂਅਲ ਐਕਟ ਹੈ। ਮੋਰ ਪੁਕਾਰ ਰਿਹਾ ਹੈ ਕਿ ਆਪਣੀ ਪ੍ਰੇਮਿਕਾ ਨੂੰ ਜਾਂ ਆਪਣੇ ਪ੍ਰੇਮੀ ਨੂੰ। ਉਹ ਨਾਚ ਕਿਸੇ ਨੂੰ ਰਿਝਾਉਣ ਦੇ ਲਈ ਹੈ। ਪਪੀਹਾ ਗੀਤ ਗਾ ਰਿਹਾ ਹੈ, ਕੋਇਲ ਬੋਲ ਰਹੀ ਹੈ, ਇੱਕ ਆਦਮੀ ਜਵਾਨ ਹੋ ਗਿਆ, ਇੱਕ ਯੁਵਤੀ ਸੋਹਣੀ ਹੋ ਕੇ ਵਿਕਸਿਤ ਹੋ ਗਈ ਹੈ। ਇਹ ਸਭ ਦੇ ਸਭ ਸੈਕਸ਼ੂਅਲ ਐਨਰਜੀ ਦੇ ਪ੍ਰਗਟਾਵੇ ਹਨ। ਇਹ ਸਭ ਦਾ ਸਭ ਕਾਮ ਦਾ ਹੀ ਰੂਪ ਪਰਤਣ ਹੈ। ਇਹ ਸਭ ਦਾ ਸਭ ਕਾਮ ਦਾ ਹੀ ਪ੍ਰਗਟਾ, ਕਾਮ ਦਾ ਹੀ ਜ਼ਹਿਰ ਹੋਣਾ ਹੈ। ਸਾਰਾ ਜੀਵਨ, ਸਾਰਾ ਪ੍ਰਗਟਾ, ਸਾਰੀ ਫਲਾਵਰਿੰਗ ਕਾਮ ਦੀ ਹੈ ਅਤੇ ਉਸ ਕਾਮ ਦੇ ਖਿਲਾਫ ਸੰਸਕ੍ਰਿਤੀ ਤੇ ਧਰਮ ਆਦਮੀ ਦੇ ਮਨ ਵਿੱਚ ਜ਼ਹਿਰ ਪਾ ਰਹੇ ਹਨ, ਉਸ ਨਾਲ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੌਲਿਕ ਸ਼ਕਤੀ ਨਾਲ ਮਨੁੱਖ ਨੂੰ ਉਲਝਾ ਦਿੱਤਾ ਹੈ ਲੜਨ ਦੇ ਲਈ। ਇਸ ਲਈ ਮਨੁੱਖ ਦੀਨਹੀਣ, ਪ੍ਰੇਮ ਤੋਂ ਸੱਖਣਾ ਅਤੇ ਖੋਟਾ ਅਤੇ ਨਾ ਕੁਝ ਹੋ ਗਿਆ ਹੈ। ਕਾਮ ਨਾਲ ਲੜਨਾ ਨਹੀਂ ਹੈ, ਕਾਮ ਦੇ ਨਾਲ ਮਿੱਤਰਤਾ ਕਾਇਮ ਕਰਨੀ ਹੈ ਅਤੇ ਕਾਮ ਦੀ ਧਾਰਾ ਨੂੰ ਹੋਰ ਉਚਾਈਆਂ ਤੱਕ ਲੈ ਜਾਣਾ ਹੈ। ਕਿਸੇ ਰਿਸ਼ੀ ਨੇ ਕਿਸੇ ਲਾੜੀ ਨੂੰ, ਨਵੇਂ ਲਾੜੇ ਤੇ ਲਾੜੀ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਤੇਰੇ 10 ਪੁੱਤਰ ਹੋਣ ਅਤੇ ਆਖਿਰਕਾਰ ਤੇਰਾ ਪਤੀ ਤੇਰਾ 11ਵਾਂ ਪੁੱਤਰ ਹੋ ਜਾਵੇ। ਵਾਸਨਾ ਰੂਪ ਪਰਤਾਵੇ ਤਾਂ ਪਤਨੀ ਮਾਂ ਬਣ ਸਕਦੀ ਹੈ, ਵਾਸਨਾ ਰੂਪ ਪਰਤਾਵੇ ਤਾਂ ਕਾਮ ਪ੍ਰੇਮ ਬਣ ਸਕਦਾ ਹੈ। ਲੇਕਿਨ ਕਾਮ ਹੀ ਪ੍ਰੇਮ ਬਣਦਾ ਹੈ। ਕਾਮ ਦੀ ਊਰਜਾ ਹੀ ਪ੍ਰੇਮ ਦੀ ਊਰਜਾ ਵਿੱਚ ਵਿਕਸਿਤ ਹੁੰਦੀ ਹੈ, ਪ੍ਰਗਟ ਹੁੰਦੀ ਹੈ। ਧੰਨਵਾਦ। ਅਗਲਾ ਪਾਠ ਅਗਲੇ ਪਾਠ 'ਚ।